गुड इवनिंग स्टूडेंट्स। PSSB ने पटवारी ਦੀਆਂ 710 पोस्ट नोटिफाई ਕੀਤੀਆਂ ਹਨ। आम तौर ਤੇ पटवारी ਦੇ ਪੇਪਰ ਦੇ ਵਿੱਚ ਐਗਰੀਕਲਚਰ ਕੁਝ ਇਦਾਂ ਦੇ ਟੌਪਿਕਸ ਵੀ ਆਉਂਦੇ ਸੀ, ਲੇਕਿਨ ਹੁਣ PSSB ਨੇ ਦਾ ਸਿਲੇਬਸ ਚੇਂਜ ਕਰਤਾ। ਐਗਰੀਕਲਚਰ ਇਹ ਸਭ ਚੀਜ਼ਾਂ ਸਿਲੇਬਸ ਦੇ ਵਿੱਚੋਂ ਹਟਾਤੀਆਂ। ਜਿਵੇਂ ਕਿ ਤੁਹਾਨੂੰ ਪਹਿਲਾਂ PSSB ਦੇ ਬਾਕੀ ਐਗਜ਼ਾਮਸ ਦੇ ਵਿੱਚ ਜੋ ਵੀ ਸਿਲੇਬਸ ਆਂਦਾ ਸੀ ਆਲਮੋਸਟ ਸਿਮਿਲਰ ਸਿਲੇਬਸ ਹੈ। ਇਸ ਵੀਡੀਓ ਦੇ ਵਿੱਚ ਆਪਾਂ ਡਿਟੇਲ 'ਚ ਦੇਖਾਂਗੇ ਕਿ ਤੁਸੀਂ ਕੀ ਪੜ੍ਹਨਾ ਹੈ, कदों अप्लाई करना है, कौन कौन एलिजिबल है अप्लाई करने के लिए, कितनी फीस है अप्लाई करने की, कितनी सैलरी मिलेगी, कितनी वैकेंसीज है SC लिए जो रिजर्वड कैटेगरीज ST वमेन PWD इन्हां लई कितनी वैकेंसीज रिजर्वड है। हर चीज इस वीडियो दे विच देखांगे। चलो शुरुआत करते हैं। सब तो पहला तो आपां देखते हैं कि जो वैकेंसीज है कदों तुसीं अप्लाई कर सकते हो। ਇਹ ਐਡਵਰਟਾਈਜ਼ਮੈਂਟ 23 ਫਰਵਰੀ 2023 ਨੂੰ ਰਿਲੀਜ਼ ਹੋਈ ਸੀ। ਜਿਹੜੀ ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ ਹੈ ਉਹ 23 ਫਰਵਰੀ ਨੂੰ ਹੀ ਹੋ ਚੁੱਕੀ ਹੈ ਤੇ ਲਾਸਟ ਡੇਟ ਹੈ ਅਪਲਾਈ ਕਰਨ ਦੀ 20 ਮਾਰਚ। ਲੇਕਿਨ ਤੁਸੀਂ ਲਾਸਟ ਡੇਟ ਤੱਕ ਵੇਟ ਨਹੀਂ ਕਰਨੀ। ਕਈ ਵਾਰ ਲਾਸਟ ਡੇਟ ਤੇ ਵੈਬਸਾਈਟ ਖਰਾਬ ਹੋ ਜਾਂਦੀ ਹੈ, ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦੀ ਹੈ, ਤਾਂ ਤੁਸੀਂ ਇਹ ਨਾ ਹੋਵੇ ਕਿ ਐਂਡ ਤੇ ਫਾਰਮ ਭਰਨ ਤੋਂ ਹੀ ਰਹਿ ਜਾਓ। ਪਹਿਲਾਂ ਹੀ ਆਪਣਾ ਫਾਰਮ ਅਪਲਾਈ ਕਰ ਦਿਓ ਅਗਰ ਤੁਸੀਂ ਫਾਰਮ ਅਪਲਾਈ ਕਰਨਾ ਚਾਹੁੰਦੇ ਹੋ। ਜਿਹੜੀ ਫੀਸ ਭਰਨ ਦੀ ਆਖਰੀ ਡੇਟ ਹੈ ਉਹ ਹੈਗੀ ਹੈ 22 ਮਾਰਚ 2023। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਗਰੁੱਪ C ਦੇ ਮਾਲ ਪਟਵਾਰੀ ਦੀਆਂ 710 ਅਸਾਮੀਆਂ ਯਾਨੀ ਕਿ 710 ਵੈਕੈਂਸੀਜ਼ ਹੈ। ਸਿੱਧੀ ਭਰਤੀ ਹੋਏਗੀ 23/2/2023 ਤੋਂ 20/3/2023 ਸ਼ਾਮ 5 ਵਜੇ ਤੱਕ ਆਨਲਾਈਨ ਐਪਲੀਕੇਸ਼ਨ ਹੋਏਗੀ। ਆਨਲਾਈਨ ਅਪਲਾਈ ਕਰਨਾ ਪਏਗਾ। ਇਹਦੇ ਵਿੱਚ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਹੈ ਹੁਣ ਆਪਾਂ ਉਹ ਦੇਖਦੇ ਹਾਂ। एजुकेशनल क्वालिफिकेशन ਲਈ ਕੀ ਹੈ ਕਿ ਤੁਹਾਡੀ ਸਿਰਫ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਕੋਈ ਵੀ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਵੇ। ਇਹਦੇ ਨਾਲ ਤੁਹਾਡੇ ਕੋਲ 120 ਘੰਟਿਆਂ ਦਾ ਘੱਟੋ ਘੱਟ ਕੰਪਿਊਟਰ ਦਾ ਵਰਕਿੰਗ ਐਕਸਪੀਰੀਅੰਸ ਚਾਹੀਦਾ, ਜਾਂ ਫਿਰ ਤੁਸੀਂ ਇਨਫੋਰਮੇਸ਼ਨ ਟੈਕਨੋਲੋਜੀ ਆਫਿਸ ਪ੍ਰੋਡਕਟਿਵਿਟੀ ਐਪਲੀਕੇਸ਼ਨਸ ਦੇ ਵਿੱਚ ਜਾਂ ਫਿਰ ਡੈਸਕਟਾਪ ਪਬਲਿਸ਼ਿੰਗ ਐਪਲੀਕੇਸ਼ਨਸ ਦੇ ਵਿੱਚ ਕੀਤਾ ਹੋਵੇ, ਜਿਹੜਾ ਕਿ ISO 9001 ਤੋਂ ਸਰਟੀਫਾਈ ਹੋਣਾ ਚਾਹੀਦਾ ਹੈ। ਜਾਂ ਫਿਰ ਤੁਹਾਡੇ ਕੋਲ ਘੱਟੋ ਘੱਟ 120 ਘੰਟਿਆਂ ਦਾ ਕੰਪਿਊਟਰ ਦਾ एक्सपीरियंस होना चाहिए DUEACC तो यानी कि डिपार्टमेंट ऑफ इलैक्ट्रॉनिक एक्रेडिटेशन ऑफ कंप्यूटर कोर्स। इन्हां दोनों चों एक चीज होवे ते नाल ग्रेजुएशन होवे तुहाडे कोल तां तुसीं अप्लाई कर सकदे हो। इह तों इलावा तुहाडे कोल 10th दे विच पंजाबी पास कीती होनी चाहिदी है कंपलसरी या फिर इलैक्टिव सबजैक्ट दी तरह। जे तुसीं इह तीनों कंडीशनस फुलफिल करदे हो तां तुसीं इह पेपर लई अप्लाई कर सकदे हो। ਹੁਣ ਆਪਾਂ ਗੱਲ ਕਰਦੇ ਹਾਂ ਕਿ ਤਨਖਾਹ ਕਿੰਨੀ ਹੋਏਗੀ। ਤਾਂ ਇਹ ਲੈਵਲ 2 ਆਫ 7th ਪੇ ਕਮਿਸ਼ਨ ਦੇ ਹਿਸਾਬ ਨਾਲ ਤਨਖਾਹ ਮਿਲੇਗੀ। ਇਨੀਸ਼ੀਅਲ ਪੇ ਯਾਨੀ ਕਿ ਸਟਾਰਟਿੰਗ ਸੈਲਰੀ ਤੁਹਾਡੀ 19,900 ਹੋਏਗੀ। ਜੇ ਤੁਹਾਡੀ ਸਿਲੈਕਸ਼ਨ ਹੁੰਦੀ ਹੈ ਤਾਂ ਤੁਹਾਡੀ 1.5 ਸਾਲ ਦੀ ਟ੍ਰੇਨਿੰਗ ਹੋਏਗੀ ਜਿਹਦੇ ਵਿੱਚ ਤੁਹਾਨੂੰ 5,000 ਰੁਪਏ ਸਟਾਈਪੈਂਡ ਮਿਲੇਗਾ। ਹੁਣ ਆਪਾਂ ਦੇਖਦੇ ਹਾਂ ਕਿੰਨੀਆਂ ਵੈਕੈਂਸੀਜ਼ ਹੈ ਟੋਟਲ। ਸੋ ਜਰਨਲ ਕੈਟਾਗਰੀ ਦੀਆਂ 266 ਵੈਕੈਂਸੀਜ਼ ਨੇ। ਇਹਦੇ ਵਿੱਚੋਂ 91 ਪੋਸਟਾਂ ਵਮਨ ਲਈ ਲੇਡੀਜ਼ ਦੇ ਲਈ ਰਿਜ਼ਰਵ ਹੈ ਤੇ ਜਿਹੜੀਆਂ ਬਚਦੀਆਂ ਉਹ 175 ਵੈਕੈਂਸੀਜ਼ ਬਚਦੀਆਂ। EWS ਦੇ ਲਈ 76 ਵੈਕੈਂਸੀਜ਼ ਹੈ ਜਿਹਦੇ ਵਿੱਚੋਂ 24 ਵਮਨ ਦੇ ਲਈ ਰਿਜ਼ਰਵ ਹੈ। SC ਦੇ ਲਈ 90 ਵੈਕੈਂਸੀਜ਼ ਹੈ ਜਿਹਦੇ ਵਿੱਚੋਂ 35 ਵਮਨ ਦੇ ਲਈ ਰਿਜ਼ਰਵ ਹੈ। SC R&O ਦੇ ਲਈ 64 ਵੈਕੈਂਸੀਜ਼ ਹੈ ਜਿਹਦੇ ਵਿੱਚੋਂ 28 ਵੈਕੈਂਸੀਜ਼ ਵਮਨ ਦੇ ਲਈ ਰਿਜ਼ਰਵ ਹੈ। BC ਕੈਟਾਗਰੀ ਦੇ ਲਈ 79 ਵੈਕੈਂਸੀਜ਼ 79 ਵੈਕੈਂਸੀਜ਼ ਨੇ ਜਿਹਦੇ ਵਿੱਚੋਂ 30 ਵੈਕੈਂਸੀਜ਼ ਲੇਡੀਜ਼ ਦੇ ਲਈ ਰਿਜ਼ਰਵ ਹੈ। ਐਕਸ ਸਰਵਿਸਮੈਨ ਜਰਨਲ ਦੇ ਲਈ 42 ਵੈਕੈਂਸੀਜ਼ ਜਿਹਦੇ ਵਿੱਚੋਂ 16 ਵੈਕੈਂਸੀਜ਼ ਲੇਡੀਜ਼ ਦੇ ਲਈ ਰਿਜ਼ਰਵ ਹੈ। ਐਕਸ ਸਰਵਿਸਮੈਨ SC M&B ਕੈਟਾਗਰੀ ਦੇ ਲਈ 18 ਵੈਕੈਂਸੀਜ਼ ਹੈ ਜਿਹਦੇ ਵਿੱਚੋਂ 2 ਵੈਕੈਂਸੀਜ਼ ਵਮਨ ਦੇ ਲਈ ਰਿਜ਼ਰਵ ਹੈ। ਐਕਸ ਸਰਵਿਸਮੈਨ SC R&O ਦੇ ਲਈ 7 ਵੈਕੈਂਸੀਜ਼ ਰਿਜ਼ਰਵ ਹੈ ਜਿਹਦੇ ਵਿੱਚੋਂ 1 ਵੈਕੈਂਸੀ ਵਮਨ ਦੇ ਲਈ ਰਿਜ਼ਰਵ ਹੈ। ਐਕਸ ਸਰਵਿਸਮੈਨ BC ਕੈਟਾਗਰੀ ਦੇ ਲਈ 17 ਪੋਸਟਾਂ ਰਿਜ਼ਰਵ ਹੈ ਜਿਹਦੇ ਵਿੱਚੋਂ 2 ਪੋਸਟਾਂ ਵਮਨ ਦੇ ਲਈ ਰਿਜ਼ਰਵ ਹੈ। ਫਿਜ਼ੀਕਲ ਹੈਂਡੀਕੈਪਡ ਔਰਥੋ ਵਾਲਿਆਂ ਲਈ 26 ਵੈਕੈਂਸੀਜ਼ ਰਿਜ਼ਰਵ ਹੈ ਜਿਹਦੇ ਵਿੱਚੋਂ 13 ਵੈਕੈਂਸੀਜ਼ ਵਮਨ ਦੇ ਲਈ ਰਿਜ਼ਰਵ ਹੈ। ਸਪੋਰਟਸ ਜਰਨਲ ਦੇ ਲਈ 12 ਵੈਕੈਂਸੀਜ਼ ਰਿਜ਼ਰਵ ਹੈ, 7 ਉਹਦੇ ਵਿੱਚੋਂ ਵਮਨ ਦੇ ਲਈ ਰਿਜ਼ਰਵ ਹੈ। ਸਪੋਰਟਸ ਦੇ ਵਿੱਚ SC M&B ਕੈਟਾਗਰੀ ਦੇ ਲਈ 6 ਪੋਸਟਾਂ ਰਿਜ਼ਰਵ ਹੈ। ਸਪੋਰਟਸ SC R&O ਦੇ ਲਈ 2 ਵੈਕੈਂਸੀਜ਼ ਰਿਜ਼ਰਵ ਹੈ। ਫਰੀडम फाइटर ਦੇ ਲਈ 5 ਪੋਸਟਾਂ ਰਿਜ਼ਰਵ ਹੈ ਜਿਹਦੇ ਵਿੱਚੋਂ 2 ਵਮਨ ਦੇ ਲਈ ਰਿਜ਼ਰਵ ਹੈ। ਤਾਂ ਟੋਟਲ ਤੁਹਾਡੀਆਂ 710 ਵੈਕੈਂਸੀਜ਼ ਹੈ ਜਿਹਦੇ ਵਿੱਚੋਂ 251 ਪੋਸਟਾਂ ਜਿਹੜੀਆਂ ਉਹ ਵਮਨ ਦੇ ਲਈ ਰਿਜ਼ਰਵ ਹੈ।
ਹੁਣ ਆਪਾਂ ਗੱਲ ਕਰਦੇ ਹਾਂ ਸਿਲੇਬਸ ਦੀ। ਸੋ ਪਟਵਾਰੀ ਦਾ ਸਿਲੇਬਸ ਇਸ ਵਾਰ ਇਹਨਾਂ ਨੇ ਬਦਲਿਆ। ਪਹਿਲਾਂ ਪਟਵਾਰੀ ਦੇ ਪੇਪਰ ਦੇ ਵਿੱਚ ਐਗਰੀਕਲਚਰ ਥੋੜਾ ਜਿਹਾ ਕੁਝ ਨਵਾਂ ਦਾ ਪੋਰਸ਼ਨ ਆਂਦਾ ਸੀ, ਲੇਕਿਨ ਹੁਣ ਉਹ ਸਾਰਾ ਪੋਰਸ਼ਨ ਹਟਾ ਦਿੱਤਾ ਗਿਆ ਹੈ। ਪਟਵਾਰੀ ਦਾ ਨਵਾਂ ਸਿਲੇਬਸ ਹੁਣ ਆਪਾਂ ਡਿਸਕਸ ਕਰਦੇ ਹਾਂ। ਪਟਵਾਰੀ ਦਾ ਪੇਪਰ ਦੇ ਵਿੱਚ ਮਲਟੀਪਲ ਚੁਆਇਸ ਕੁਐਸਚਨਸ ਹੋਣਗੇ। OMR ਸ਼ੀਟ ਤੁਹਾਨੂੰ ਦਿੱਤੀ ਜਾਊਗੀ। ਇਹ ਪੇਪਰ 2 ਘੰਟੇ 30 ਮਿੰਟ ਦਾ ਯਾਨੀ ਕਿ 2.5 ਘੰਟੇ ਦਾ ਪੇਪਰ ਹੋਏਗਾ। ਜਿਵੇਂ PSSB ਨੇ ਹੁਣ ਨਵੇਂ ਐਗਜ਼ਾਮ ਪੈਟਰਨ ਕੱਢੇ ਆ ਬਾਕੀ ਪੇਪਰਾਂ ਦੇ ਲਈ, ਜਿਵੇਂ ਕਲਰਕ, ਐਕਸਾਈਜ਼ ਇੰਸਪੈਕਟਰ, ਉਵੇਂ ਹੀ ਹੁਣ ਪਟਵਾਰੀ ਦਾ ਪੇਪਰ ਹੋਊਗਾ। ਪਾਰਟ A ਤੇ ਪਾਰਟ B 2 ਪੋਰਸ਼ਨਸ ਦੇ ਵਿੱਚ ਤੁਹਾਡਾ ਪੇਪਰ ਲਿੱਤਾ ਜਾਊਗਾ। ਪਾਰਟ A ਦਾ ਪੇਪਰ ਪੰਜਾਬੀ ਲੈਂਗੁਏਜ ਦਾ ਹੋਊਗਾ, ਜਿਹੜਾ ਕਿ 10ਵੀਂ ਦੇ ਸਟੈਂਡਰਡ ਦਾ ਹੋਊਗਾ। ਇੱਥੇ ਲਿਖਿਆ ਹੋਇਆ ਹੈ ਕੁਆਲੀਫਾਈਂਗ ਟੈਸਟ ਆਫ ਪੰਜਾਬੀ ਲੈਂਗੁਏਜ ਇਕੁਇਵਲੈਂਟ ਟੂ ਮੈਟ੍ਰਿਕੂਲੇਸ਼ਨ ਸਟੈਂਡਰਡ। ਇਹ ਪੇਪਰ ਕੁਆਲੀਫਾਈਂਗ ਨੇਚਰ ਦਾ ਹੈ। ਇਹਦੇ ਵਿੱਚ 50 ਕੁਐਸਚਨ ਆਣਗੇ, 50 ਨੰਬਰ ਦਾ। ਹਰੇਕ ਕੁਐਸਚਨ 1 ਨੰਬਰ ਦਾ ਹੋਊਗਾ। ਇਹਦੇ ਵਿੱਚ ਤੁਹਾਨੂੰ 50% ਨੰਬਰ ਯਾਨੀ ਕਿ 25 ਨੰਬਰ ਲੈਣੇ ਕੰਪਲਸਰੀ ਨੇ। ਅਗਰ ਤੁਸੀਂ ਇਹ 25 ਨੰਬਰ ਨਹੀਂ ਲੈ ਸਕੇ ਤਾਂ ਤੁਹਾਡਾ ਪਾਰਟ B ਦਾ ਪੇਪਰ ਨਹੀਂ ਖੁੱਲੇਗਾ। ਪਾਰਟ A ਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੋਊਗੀ। ਪਾਰਟ B ਇਵੈਲੂਏਟ ਤਾਂ ਹੀ ਹੋਊਗਾ ਅਗਰ ਕੈਂਡੀਡੇਟ ਦੇ ਮਿਨੀਮਮ 50% ਨੰਬਰ ਯਾਨੀ ਕਿ ਘੱਟੋ ਘੱਟ 25 ਨੰਬਰ ਪਾਰਟ A ਦੇ ਵਿੱਚ ਹੋਣਗੇ। ਪਾਰਟ B ਦੇ ਵਿੱਚ GK, ਕਰੰਟ ਅਫੇਅਰਸ, ਇੰਗਲਿਸ਼, ਲੌਜੀਕਲ ਰੀਜ਼ਨਿੰਗ, ਮੈਂਟਲ ਐਬਿਲਿਟੀ, ਪੰਜਾਬੀ, ਪੰਜਾਬ ਹਿਸਟਰੀ, ਕਲਚਰ ਐਂਡ ICT, ਇਹ ਸਾਰੀਆਂ ਚੀਜ਼ਾਂ ਆਣਗੀਆਂ। ਤਾਂ ਇੱਥੇ ਤੁਸੀਂ ਇੱਕ ਚੀਜ਼ ਧਿਆਨ ਦਿਓ ਕਿ ਪੰਜਾਬੀ, ਪੰਜਾਬ ਦੀ GK ਇਹ ਪਾਰਟ A ਦੇ ਵਿੱਚ ਵੀ ਹੈ ਤਾਂ ਪਾਰਟ B ਦੇ ਵਿੱਚ ਵੀ ਹੈ, ਤਾਂ ਤੁਸੀਂ ਬਿਲਕੁਲ ਵੀ ਘਬਰਾਣਾ ਨਹੀਂ ਹੈ। ਸੇਮ ਚੀਜ਼ਾਂ ਪਾਰਟ A ਦੇ ਵਿੱਚ ਵੀ ਆਣਗੀਆਂ। ਪਾਰਟ A ਦੇ ਵਿੱਚ ਤੁਸੀਂ ਕੁਆਲੀਫਾਈ ਕਰਨੇ, ਤਾਂ ਅਗਰ ਤੁਸੀਂ ਇਹ ਚੀਜ਼ਾਂ ਪਾਰਟ B ਦੇ ਲਈ ਪਹਿਲਾਂ ਹੀ ਕਰ ਰਹੇ ਹੋ ਤਾਂ ਤੁਹਾਨੂੰ ਅਲੱਗ ਤੋਂ ਪੜ੍ਹਨ ਦੀ ਲੋੜ ਨਹੀਂ ਹੈਗੀ। ਹੁਣ ਆਪਾਂ ਗੱਲ ਕਰਦੇ ਹਾਂ ਪਾਰਟ B ਦੇ ਸਿਲੇਬਸ ਦੀ। ਤਾਂ ਇਹਦੇ ਵਿੱਚ ਜਨਰਲ ਨੌਲੇਜ, ਕਰੰਟ ਅਫੇਅਰਸ, ਇੰਗਲਿਸ਼, ਲੌਜੀਕਲ ਰੀਜ਼ਨਿੰਗ, ਮੈਂਟਲ ਐਬਿਲਿਟੀ, ਪੰਜਾਬੀ, ਪੰਜਾਬ ਹਿਸਟਰੀ, ਕਲਚਰ ਤੇ ICT। ਇਹਨਾਂ ਦੇ ਵਿੱਚੋਂ ICT ਮਤਲਬ ਕੰਪਿਊਟਰਸ ਦੇ ਬੇਸਿਕਸ 100 ਕੁਐਸਚਨ ਆਣਗੇ, 100 ਨੰਬਰ ਦੇ ਹੋਣਗੇ। ਮਲਟੀਪਲ ਚੁਆਇਸ ਕੁਐਸਚਨਸ ਹੋਣਗੇ, ਲੇਕਿਨ ਪਾਰਟ B ਹੈ ਜੋ ਉਹਦੇ ਵਿੱਚ ਨੈਗੇਟਿਵ ਮਾਰਕਿੰਗ ਹੋਊਗੀ। ਹਰੇਕ ਕੁਐਸਚਨ 1 ਨੰਬਰ ਦਾ ਹੋਊਗਾ ਤੇ ਅਗਰ ਕੋਈ ਕੁਐਸਚਨ ਗਲਤ ਹੁੰਦਾ ਤਾਂ 1/4 ਨੰਬਰ ਹੈ ਉਹ ਤੁਹਾਡੇ ਕੱਟੇ ਜਾਣਗੇ ਨੈਗੇਟਿਵ ਮਾਰਕਿੰਗ ਦੇ ਵਿੱਚ। ਜੋ ਮੈਰਿਟ ਲਿਸਟ ਬਣੇਗੀ ਉਹ ਸਿਰਫ ਪਾਰਟ B ਦੇ ਨੰਬਰਾਂ ਤੇ ਬਣੇਗੀ, ਲੇਕਿਨ ਕੰਡੀਸ਼ਨ ਇਹੀ ਹੈ ਕਿ ਪਾਰਟ A ਕੁਆਲੀਫਾਈ ਹੋਊਗਾ ਤਾਂ ਹੀ ਪਾਰਟ B ਖੁੱਲੇਗਾ। ਪਾਰਟ B ਦੇ ਨੰਬਰਾਂ ਦੇ ਹਿਸਾਬ ਨਾਲ ਹੀ ਤੁਹਾਡੀ ਮੈਰਿਟ ਬਣੇਗੀ। ਹੁਣ ਆਪਾਂ ਗੱਲ ਕਰਦੇ ਹਾਂ ਸਿਲੇਬਸ ਦੀ। ਸੋ ਜੋ ਪਾਰਟ A ਹੈ ਪੰਜਾਬੀ ਕੁਆਲੀਫਾਈਂਗ ਐਗਜ਼ਾਮ, ਉਹਦੇ ਵਿੱਚ ਤੁਹਾਡਾ ਜੀਵਨੀ ਤੇ ਰਚਨਾਵਾਂ ਨਾਲ ਸੰਬੰਧਿਤ ਪ੍ਰਸ਼ਨ ਆਣਗੇ। ਕਿੰਨਾਂ ਦੀਆਂ ਜੀਵਨੀਆਂ? ਸ਼੍ਰੀ ਗੁਰੂ ਨਾਨਕ ਦੇਵ ਜੀ ਦੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦੀ, ਸ਼੍ਰੀ ਗੁਰੂ ਰਾਮਦਾਸ ਜੀ ਦੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੀ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ। ਇਹ ਤੋਂ ਬਾਅਦ ਤੁਹਾਡੇ ਵਿਰੋਧ ਅਰਥਕ ਸ਼ਬਦ, ਸਮਾਨ ਅਰਥਕ ਸ਼ਬਦ, ਮੁਹਾਵਰੇ, ਅਖਾਣ, ਸ਼ਬਦ ਦੇ ਭੇਦ, ਅਗੇਤਰ, ਪਿਛੇਤਰ, ਵਚਨ ਬਦਲੋ, ਲਿੰਗ ਬਦਲੋ, ਵਿਸ਼ਰਾਮ ਚਿੰਨ੍ਹ ਸ਼ਬਦਾਂ ਜਾਂ ਵਾਕਾਂ ਨੂੰ ਸ਼ੁੱਧ ਕਰਕੇ ਲਿਖੋ, ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਵਿੱਚ ਸ਼ੁੱਧ ਰੂਪ, ਅੰਕਾਂ, ਮਹੀਨੇ, ਦਿਨਾਂ ਦਾ ਸ਼ੁੱਧ ਪੰਜਾਬੀ ਰੂਪ, ਪੰਜਾਬੀ ਭਾਸ਼ਾ ਦੇ ਵਿੱਚ ਸੰਬੰਧਿਤ ਪ੍ਰਸ਼ਨ, ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਪ੍ਰਸ਼ਨ, ਪੰਜਾਬ ਦੇ ਸੱਭਿਆਚਾਰ ਦੇ ਨਾਲ ਸੰਬੰਧਿਤ ਪ੍ਰਸ਼ਨ। ਤਾਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਪਾਰਟ A ਦੇ ਵਿੱਚ ਆਣਗੀਆਂ। ਆਪਾਂ ਗੱਲ ਕਰਦੇ ਹਾਂ ਪਾਰਟ B ਦੇ ਸਿਲੇਬਸ ਦੀ, ਜਿਸ ਦੇ ਬੇਸ ਤੇ ਮੈਰਿਟ ਬਣੇਗੀ। 25 ਨੰਬਰ ਦੀ ਤੁਹਾਡੀ GK ਤੇ ਕਰੰਟ ਅਫੇਅਰਸ ਆਣਗੇ। ਇਹਦੇ ਵਿੱਚ ਪੋਲੀਟੀਕਲ ਇਸ਼ੂਜ਼, ਇਨਵਾਇਰਨਮੈਂਟਲ ਇਸ਼ੂਜ਼, ਕਰੰਟ ਅਫੇਅਰਸ, ਸਾਇੰਸ ਐਂਡ ਟੈਕਨੋਲੋਜੀ, ਇਕਨੋਮਿਕ ਇਸ਼ੂਜ਼, ਪੰਜਾਬ ਦੀ ਹਿਸਟਰੀ, ਇੰਡੀਆ ਦੀ ਹਿਸਟਰੀ, ਜਿਹਦੇ ਵਿੱਚ ਸਪੈਸ਼ਲੀ ਇਹਨਾਂ ਨੇ ਫਰੀडम ਸਟਰਗਲ ਮੂਵਮੈਂਟ, ਸਪੋਰਟਸ, ਸਿਨੇਮਾ ਤੇ ਲਿਟਰੇਚਰ, ਇਹਨਾਂ ਚੀਜ਼ਾਂ ਚੋਂ 25 ਨੰਬਰ ਦਾ ਪੇਪਰ ਆਏਗਾ। ਉਸ ਤੋਂ ਬਾਅਦ ਤੁਹਾਡਾ 25 ਨੰਬਰ ਦੀ ਲੌਜੀਕਲ ਰੀਜ਼ਨਿੰਗ ਤੇ ਮੈਂਟਲ ਐਬਿਲਿਟੀ ਆਏਗੀ। ਇਹਦਾ ਸਿਲੇਬਸ ਵੀ ਇੱਥੇ ਦਿੱਤਾ ਹੋਇਆ ਹੈ। ਵਰਬਲ ਰੀਜ਼ਨਿੰਗ ਆਏਗੀ, ਕੋਡਿੰਗ, ਡਿਕੋਡਿੰਗ, ਐਨਾਲੋਜੀ, ਕਲਾਸੀਫਿਕੇਸ਼ਨ, ਸੀਰੀਜ਼, ਡਾਇਰੈਕਸ਼ਨ, ਸੈਂਸ ਟੈਸਟ, ਰਿਲੇਸ਼ਨਸ, ਮੈਥਮੈਟਿਕਲ ਆਪਰੇਸ਼ਨਸ, ਟਾਈਮ ਟੈਸਟ, ਔਡ ਮੈਨ ਆਊਟ ਪ੍ਰੋਬਲਮਸ। ਨॉन ਵਰਬਲ ਰੀਜ਼ਨਿੰਗ ਦੇ ਵਿੱਚ ਸੀਰੀਜ਼, ਐਨਾਲੋਜੀ ਐਂਡ ਕਲਾਸੀਫਿਕੇਸ਼ਨ, basic numerical skills, percentage, number system, LCM and HCF, ratio and proportion, number series, average, problems based on ages, profit and loss, partnership and mixture, simple and compound interest, work and time, time and distance, mensuration ਤੇ data interpretation। ਇਹ ਤੁਹਾਡਾ logical reasoning ਤੇ mental ability ਦਾ syllabus ਹੈ। ਇਹ ਤੋਂ ਬਾਅਦ ਤੁਹਾਡੀ 12 ਨੰਬਰ ਦੀ ਇੰਗਲਿਸ਼ ਆਏਗੀ, ਜਿਹਦੇ ਵਿੱਚ ਬੇਸਿਕ ਗ੍ਰਾਮਰ, ਸਬਜੈਕਟ ਐਂਡ ਵਰਬ, ਐਡਜੈਕਟਿਵਸ ਐਂਡ ਐਡਵਰਬਸ, ਸਿਨੋਨਿਮਸ, ਐਂਟੋਨਿਮਸ, ਵਨ ਵਰਡ ਸਬਸਟੀਟਿਊਸ਼ਨ, ਫਿਲਿੰਗ ਦੀ ਬਲੈਂਕਸ, correction in sentences, idioms and their meanings, spelling check,
ਐਡਜੈਕਟਿਵ, ਆਰਟੀਕਲਸ, ਪ੍ਰੈਪੋਜੀਸ਼ਨਸ, ਡਾਇਰੈਕਟ ਐਂਡ ਇਨਡਾਇਰੈਕਟ ਸਪੀਚ, ਐਕਟਿਵ ਐਂਡ ਪੈਸਿਵ ਵੌਇਸ, ਕਰੈਕਸ਼ਨ ਇਨ ਸੈਂਟੈਂਸਸ, ਇਹ ਸਾਰੀਆਂ ਚੀਜ਼ਾਂ ਆਉਣਗੀਆਂ। ਇਹ ਤੋਂ ਬਾਅਦ 13 ਨੰਬਰ ਦੀ ਪੰਜਾਬੀ ਆਏਗੀ, ਜਿਹਦੇ ਵਿੱਚ ਸ਼ੁੱਧ ਅਸ਼ੁੱਧ ਸ਼ਬਦ ਜੋੜ, ਅਗੇਤਰ ਪਿਛੇਤਰ, ਸਮਾਨ ਅਰਥਕ, ਵਿਰੋਧੀ ਸ਼ਬਦ, ਨਾਮ ਪੜਨਾਮ, ਕਿਰਿਆ ਦੀਆਂ ਕਿਸਮਾਂ ਤੇ ਸਹੀ ਵਰਤੋਂ, ਲਿੰਗ ਤੇ ਵਚਨ, ਪੰਜਾਬੀ ਅਖਾਣ ਤੇ ਮੁਹਾਵਰੇ, ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਇਹ ਚੀਜ਼ਾਂ ਆਉਣਗੀਆਂ 13 ਨੰਬਰ ਦੀਆਂ। ਇਹ ਤੋਂ ਬਾਅਦ ਤੁਹਾਡੇ ਬੇਸਿਕਸ ਆਫ ਕੰਪਿਊਟਰਸ, ਨੈਟਵਰਕ ਐਂਡ ਇੰਟਰਨੈਟ, ਯੂਜ਼ ਆਫ ਆਫਿਸ ਪ੍ਰੋਡਕਟਿਵਿਟੀ ਟੂਲਸ ਜਿਵੇਂ ਕਿ MS ਵਰਡ, MS ਸਪਰੈਡਸ਼ੀਟ ਤੇ ਪਾਵਰ ਪੁਆਇੰਟ, ਇਹ ਆਉਣਗੇ 9 ਨੰਬਰ ਦੇ। ਪੰਜਾਬ ਦੀ ਹਿਸਟਰੀ ਤੇ ਕਲਚਰ ਆਊਗੀ 16 ਨੰਬਰ ਦੀ। ਇਹਦੇ ਵਿੱਚ ਫਿਜ਼ੀਕਲ ਫੀਚਰਸ ਆਫ ਪੰਜਾਬ ਐਂਡ ਐਂਸ਼ੀਐਂਟ ਹਿਸਟਰੀ, ਸੋਸ਼ਲ, ਰਿਲੀਜੀਅਸ ਤੇ ਇਕਨੋਮਿਕ ਲਾਈਫ ਇਨ ਪੰਜਾਬ, development of language and literature and arts in Punjab, social and culture of Punjab during Afghan or Mughal rule, Bhakti movement, Sufism, teaching the history of Sikh gurus and saints in Punjab, Adi Granth, Sikh rulers, freedom movement of Punjab। ਇਹ ਸਾਰੀਆਂ ਚੀਜ਼ਾਂ ਚੋਂ 16 ਨੰਬਰ ਦਾ ਤੁਹਾਡਾ ਪੇਪਰ ਆਏਗਾ। ਟੋਟਲ ਇਹ 100 ਨੰਬਰ ਦਾ ਪੇਪਰ ਹੈ, ਜਿਹਦੇ ਬੇਸ ਤੇ ਮੈਰਿਟ ਬਣੂਗੀ। ਹੁਣ ਆਪਾਂ ਗੱਲ ਕਰਨੀ ਹੈ ਕਿ ਤਿਆਰੀ ਕਿੱਥੋਂ ਕਰਨੀ ਹੈ। ਤਾਂ ਜਿਹੜਾ ਤੁਹਾਡਾ ਇੰਗਲਿਸ਼ ਦਾ ਸਿਲੇਬਸ, ਹਰ ਟੌਪਿਕ ਦੀ ਤੁਹਾਡੀ ਮੈਨੇ ਵੀਡੀਓ ਬਣਾਈ ਹੋਈ ਹੈ। ਤੁਸੀਂ ਮੇਰੇ ਚੈਨਲ ਤੇ ਪਲੇਲਿਸਟ ਦੇ ਵਿੱਚ ਜਾ ਕੇ ਇੰਗਲਿਸ਼ ਸੀਰੀਜ਼ ਦੇ ਨਾਮ ਤੇ ਇੱਕ ਪਲੇਲਿਸਟ ਦੇਖ ਸਕਦੇ ਹੋ, ਜਿਹਦੇ ਵਿੱਚ ਮੈਨੇ ਹਰ ਚੀਜ਼ ਬੇਸਿਕਸ ਤੋਂ ਕਵਰ ਕੀਤੀ ਹੋਈ ਹੈ, ਐਗਜ਼ਾਮਪਲਸ ਦੇ ਨਾਲ ਤੇ ਕੁਝ ਪ੍ਰੈਕਟਿਸ ਵੀ, ਹਰੇਕ ਟੌਪਿਕ ਦੇ ਨਾਲ ਹੀ ਪ੍ਰੈਕਟਿਸ ਸੈਸ਼ਨ ਵੀ ਲਗਾਏ ਹੋਏ ਹੈ। ਇਹ ਤੋਂ ਇਲਾਵਾ ਜਿਹੜਾ ਤੁਹਾਡਾ ਪੰਜਾਬ ਜੀਕੇ ਵਾਲਾ ਪੋਰਸ਼ਨ ਹੈ, ਉਹਦੀ ਥੋੜੀਆਂ ਜਿਹੀਆਂ ਵੀਡੀਓਜ਼ ਮੈਂ ਬਣਾ ਚੁੱਕੀ ਹਾਂ, ਅੱਗੇ ਵੀ ਬਣਾਉਂਗੀ, ਉਹ ਵੀ ਤੁਸੀਂ ਮੇਰੇ ਚੈਨਲ ਤੋਂ ਕਰ ਸਕਦੇ ਹੋ। ਕਰੰਟ ਅਫੇਅਰਸ ਮੈਂ ਹਰ ਹਫਤੇ ਦ ਹਿੰਦੂ ਦੇ ਵਿੱਚੋਂ ਪੋਸਟ ਕਰਦੀ ਹਾਂ, ਵੀਕਲੀ ਕਰੰਟ ਅਫੇਅਰਸ ਤੁਸੀਂ ਉਹ ਦੇਖ ਸਕਦੇ ਹੋ। ਮੰਥਲੀ ਕਰੰਟ ਅਫੇਅਰਸ ਵੀ ਪੋਸਟ ਹੁੰਦੇ ਨੇ। ਇਹ ਤੋਂ ਇਲਾਵਾ ਮੈਂ ਕਰੰਟ ਅਫੇਅਰ ਦੇ ਕੁਇਜ਼ ਵੀ ਪੋਸਟ ਕਰਦੀ ਹਾਂ, ਤੁਸੀਂ ਉਹ ਵੀ ਦੇਖ ਸਕਦੇ ਹੋ। ਇਹਨਾਂ ਦੀਆਂ ਬਿਲਕੁਲ ਫ੍ਰੀ ਆਫ ਕਾਸਟ PDF ਵੀ ਤੁਹਾਨੂੰ ਮੇਰੇ ਚੈਨਲ ਤੇ ਮਿਲ ਜੂਗੀ, ਜਿਹੜਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ, ਤੁਸੀਂ ਉੱਥੋਂ ਚੈੱਕ ਕਰ ਸਕਦੇ ਹੋ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਰਿਓ, ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ। ਕੋਈ ਵੀ ਤੁਹਾਡੀ ਕੁਐਰੀ ਹੈ ਕਮੈਂਟ ਕਰ ਸਕਦੇ ਹੋ, ਮੈਂ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਬਿਲਕੁਲ ਰਿਪਲਾਈ ਕਰੂੰਗੀ ਉਸ ਚੀਜ਼ ਦਾ। ਜੋ ਵੀ ਅੱਗੇ ਪੰਜਾਬ ਦੇ ਐਗਜ਼ਾਮਸ ਜਾਂ ਵੈਸੇ ਕੋਈ ਵੀ ਨਵੀਂ ਰਿਕਰੂਟਮੈਂਟ ਆਉਂਦੀ ਹੈ ਇੰਡੀਆ ਦੇ ਲੈਵਲ ਤੇ ਵੀ, ਤਾਂ ਮੈਂ ਆਪਣੇ ਚੈਨਲ ਤੇ ਨੋਟੀਫਾਈ ਕਰਦੀ ਹਾਂ। ਤੁਸੀਂ ਕਰੰਟ ਅਫੇਅਰਸ ਵਗੈਰਾ ਹਰ ਚੀਜ਼ ਚੈਨਲ ਤੋਂ ਬਿਲਕੁਲ ਫ੍ਰੀ ਆਫ ਕਾਸਟ ਕਰ ਸਕਦੇ ਹੋ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਉੱਥੇ ਇੱਕ ਬੈਲ ਨੋਟੀਫਿਕੇਸ਼ਨ ਹੁੰਦਾ, ਉਹ ਔਨ ਕਰ ਲਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਪੋਸਟ ਹੋਵੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਏ। ਥੈਂਕ ਯੂ ਸੋ ਮਚ। ਮਿਲਦੇ ਹਾਂ ਬਹੁਤ ਜਲਦ ਅਗਲੀ ਵੀਡੀਓ ਦੇ ਵਿੱਚ।